ਸਰਕਾਰ ਚਾਹੁੰਦੀ ਹੈ ਕਿ ਮੰਡੀਆਂ 'ਚ ਜਾਣ ਇਹ ਫਸਲਾਂ ਕਿਉਂਕਿ ਮੰਡੀਆਂ ਤਾਂ ਖਤਮ ਕਰਨ ਨੂੰ ਫਿਰਦੇ। ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਇਹ ਤਾਂ ਕਿਤੇ ਨਾ ਕਿਤੇ ਇਹੀ ਚਾਹੁੰਦੀਆਂ ਕਿ ਸਾਨੂੰ ਕਿਸਾਨਾਂ ਨੂੰ ਵੀ ਉੱਥੋਂ ਆਟਾ ਜਿਹੜਾ ਆ ਪੈਕਾਂ ਚੋਂ ਲੈ ਕੇ ਖਾਈਏ, ਅਸੀਂ ਘਰਾਂ ਦੇ ਵਿੱਚ ਨਾ ਰੱਖੀਏ। ਸਰਕਾਰ ਕਾਰਪੋਰੇਟ ਘਰਾਣਿਆਂ ਦੇ ਅੰਡਰ ਦੇਣਾ ਚਾਹੁੰਦੀ ਆ ਸਾਰਾ ਕੁਝ। ਵਿਸਾਖੀ ਤੇ ਕਹਿੰਦੇ ਹੁੰਦੇ ਸੀਗੇ ਨਾ ਕਿ ਬੜਾ ਚਾਅ ਚੜ੍ਹਦਾ ਸੀ ਸੁਨਹਿਰੀ ਰੰਗ ਦੇਖ ਕੇ। ਅੱਜ ਤਾਂ ਚਿਹਰੇ ਤੇ ਸਾਡੇ ਬਜ਼ੁਰਗਾਂ ਦੇ, ਸਾਡੇ ਕਿਸਾਨਾਂ ਦੇ ਮੁਰਝਾਏ ਪਏ ਨੇ ਚਿਹਰੇ। ਇਹ ਖੇਤ ਅਸੀਂ ਦੂਰ ਦੂਰ ਤੱਕ ਝਾਤੀ ਮਾਰ ਲਈਏ ਤਾਂ ਕਿਸਾਨ ਖੇਤਾਂ 'ਚ ਨਜ਼ਰ ਨਹੀਂ ਆ ਰਹੇ। ਹੁਣ ਕਿਸਾਨ ਨਹੀਂ ਦਿਸ ਰਹੇ ਤਾਂ ਇਹ ਫਸਲਾਂ ਆਪਣੇ ਆਪ ਨੂੰ ਲਵਾਰਿਸ ਤਾਂ ਨਹੀਂ ਸਮਝ ਰਹੀਆਂ। ਦੇਖੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਹੁਣ ਸਾਨੂੰ ਸਰਕਾਰ ਨੇ ਬਾਰਡਰਾਂ ਤੇ ਲਿਆ ਕੇ ਬਿਠਾਤਾ, ਸਾਡੀ ਉਹ ਮਜਬੂਰੀ ਆ ਸਾਨੂੰ ਆਪਣੇ ਹੱਕ ਲੈਣ ਲਈ। ਅੱਜ ਸਾਡੀ ਦੇਸ਼ ਦੀ ਸਰਕਾਰ ਨਾਲ, ਸਾਡੇ ਹੱਥੀਂ ਬਣਾਈ ਸਰਕਾਰ ਨਾਲ ਸਾਨੂੰ ਲੜਨਾ ਪੈਣ ਡਿਆ। ਜਦੋਂ ਤੁਸੀਂ ਕਹਿੰਦੇ ਨੇ ਨਾ ਘਰ ਦਾ ਮਾਲਕ ਜੇ ਘਰ ਹੋਵੇ ਤੇ ਉਹਦੀ ਗੱਲ ਕੁਝ ਹੋਰ ਹੁੰਦੀ ਆ। ਜਦੋਂ ਅਸੀਂ ਇੱਕ ਦੂਜੇ ਤੇ, ਠੀਕ ਆ ਸਾਡੇ ਭਾਈ ਭਰਾ ਸਾਡੇ ਸਾਰਾ ਕੁਝ ਮਦਦ ਕਰ ਰਹੇ ਆ, ਪਰ ਫਿਰ ਵੀ ਕਿਤੇ ਨਾ ਕਿਤੇ ਲਵਾਰਸ ਤਾਂ ਸਮਝਣਗੇ ਨਹੀਂ। ਫਿਰ ਇੱਕ ਦੂਜੇ ਦੀ ਜ਼ਿੰਮੇਵਾਰੀ ਚੱਕੋਗੇ। ਇਹ ਤਾਂ ਵੱਟ ਪਿੱਛੇ ਕਹਿੰਦੇ ਕਿ ਵੱਢ ਟੁੱਕ ਕਰਨ ਵਾਲੀ ਕੌਮ ਆ, ਤੇ ਅੱਜ ਫਿਰ ਫਸਲਾਂ ਸਾਂਭੋਗੇ ਸਾਰੀਆਂ। ਕਹਿੰਦੇ ਹੁੰਦੇ ਨਾ ਕਿ ਅਸੀਂ ਲੜਦੇ ਹੋਈਏ ਆਪਸ 'ਚ 100 ਵਾਰੀ ਲੜੀਏ, ਜਦੋਂ ਕੋਈ ਆ ਕੇ ਸਾਡੇ 'ਚ ਤੀਜਾ ਵੜੇ ਨਾ ਫਿਰ ਅਸੀਂ ਇਕੱਠੇ ਹੋ ਜਾਂਦੇ ਹਾਂ। ਅਕਸਰ ਤਾਂ ਖੇਤਾਂ 'ਚੋਂ ਹੀ ਉੱਗਦਾ ਨਾ, ਗਮਲਿਆਂ 'ਚ ਦਗਾ ਕੇ ਖਾਂਦੇ ਨੇ ਇਹ। ਪਰ ਸਾਡੇ ਮੇਰੇ ਵੀਰ ਭਰਾ ਜਿਹੜੇ ਬੀਜੇਪੀ ਵਾਲੇ ਲੀਡਰ ਨੇ ਜਾਂ ਮੋਦੀ ਦੇ ਚਾਹਵਾਨ ਨੇ, ਮੋਦੀ ਜੀ ਵੀ ਖੁਦ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ, ਰਿਸਪੈਕਟਡ ਨੇ, ਪਰ ਉਹ ਵੀ ਸਮਝਣ ਨਹੀਂ ਰਹੇ ਵੀ ਇੱਥੋਂ ਹੀ ਉੱਗਦਾ ਸਾਰਾ ਕੁਝ। 2022 ਤੱਕ ਅਸੀਂ ਜਿਹੜਾ ਟੀਚਾ ਰੱਖਿਆ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ, ਇਦਾਂ ਆਮਦਨ ਦੁੱਗਣੀ ਨਹੀਂ ਹੋਣੀ। 1.5 ਸਾਲ ਦੀ ਰੋਕ ਲਵਾ ਲਓ। ਇਦਾਂ ਹੁੰਦੀ ਨਾ ਪੈਂਤਰੇ ਲੱਭਦੇ ਨੇ ਕਿ ਸਾਡੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸੀ, ਕਿਸਾਨਾਂ ਨੇ ਰੋਕ ਰੌਲਾ ਪਾ ਲਿਆ, ਆਮਦਨ ਨਹੀਂ ਦੁੱਗਣੀ ਹੋਣੀ। ਭਰਾਵੋ ਮਿਹਨਤ ਕਰਦਾ, ਸਾਡੀ ਜਿੰਨੀ ਕੁ ਹੈਗੀ ਉਨੀ ਰਹਿਣ ਦਿਓ। ਕਾਰਪੋਰੇਟ ਘਰਾਣਿਆਂ ਜੀਓ ਕੰਪਨੀ ਆਈ ਸੀ, ਐਗਜ਼ਾਮਪਲ ਆ, ਫ੍ਰੀ ਕੀਤਾ ਸੀ ਤੇ ਉਹ ਲੈ ਕੇ ਚੱਲਦੇ ਆ। ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਕਿ ਜੇ ਉਹਨਾਂ ਨੇ 1000 ਕਰੋੜ ਕੰਪਨੀ ਤੇ ਲਾਇਆ ਤੇ 200-400 ਕਰੋੜ ਉਹ ਕੰਪੀਟੀਟਰ ਨੂੰ ਫੇਲ ਕਰਨ ਲਈ ਲੈ ਕੇ ਚੱਲਦੇ ਆ। ਪਹਿਲਾਂ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ। ਹੁਣ ਨੌਜਵਾਨ ਬੜੇ ਉੱਭਰ ਕੇ ਸਾਹਮਣੇ ਆਏ। ਮੈਂ ਤੁਹਾਡੀਆਂ ਵੀ ਸਪੀਚਾਂ ਕਈ ਵੀ ਸੁਣਦਾ ਹੁੰਦਾ, ਬਹੁਤ ਵਧੀਆ ਹੁੰਦੀਆਂ, ਅਗਰੈਸਿਵ ਹੁੰਦੀਆਂ। ਤਾਂ ਕਹਿੰਦੇ ਲੀਡਰ ਬੁਲਾਰੇ ਦੇ ਕਰਕੇ ਹੀ ਬਣਦਾ। ਜੇ ਬੁਲਾਰਾ ਚੰਗਾ ਤਾਂ ਲੀਡਰ ਬਣ ਸਕਦਾ ਹੈ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਲੀਡਰੀ ਦੇ ਵਿੱਚ ਪੈਣਾ ਚਾਹੀਦਾ? ਮੈਂ ਹੱਲੇ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਦਾ ਵੀ ਲੀਡਰ ਪੁਣੇ ਦੇ ਵਿੱਚ ਆਉਣਾ ਚਾਹੀਦਾ। ਹਾਂ ਠੀਕ ਹੈ, ਬਦਲਾਵ ਜ਼ਰੂਰ ਚਾਹੀਦਾ। ਬਦਲਾਵ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਵੀ ਦੇਖਿਆ ਸੀ, ਪਰ ਉਹਨਾਂ ਨੇ ਕੀ ਚੰਦ ਚਾੜਿਆ ਨਹੀਂ ਹੀ ਆ। ਸਰਕਾਰ ਜਿਹੜਾ ਚੱਲਦਾ ਸਿਸਟਮ ਹੈ ਕਿਤੇ ਨਾ ਤਾਨਾਸ਼ਾਹ ਰਵੱਈਆ, ਪੂਰਾ ਤਾਨਾਸ਼ਾਹ ਹੋ ਗਿਆ। ਹਿਟਲਰ ਬਣਦਾ ਮੋਦੀ, ਹੈਨਾ। ਤੇ ਜਦੋਂ ਕੋਈ ਵੀ ਚੀਜ਼ ਇਹੋ ਜਿਹੀ ਹੁੰਦੀ ਆ ਤਾਂ ਉਹਦਾ ਅੰਤ ਜ਼ਰੂਰ ਆਉਂਦਾ। ਸੱਚੇ ਪਾਤਸ਼ਾਹ ਵਾਹਿਗੁਰੂ ਕਰਦਾ। ਤੇ ਮੈਂ ਚਾਹੂੰਗਾ ਇਹਨੂੰ ਸਮੱਤ ਆ ਜੇ ਚੰਗੀ। ਕਣਕਾਂ ਦਾ ਰੰਗ ਸੁਨਹਿਰੀ ਹੋਣ ਲੱਗ ਪਿਆ ਏ। ਅੱਜ ਖੇਤਾਂ ਦੀ ਗੱਲ ਖੇਤਾਂ ਦੇ ਵਿੱਚੋਂ ਹੀ ਕਰਾਂਗੇ। ਪਹਿਲਾਂ 3 ਖੇਤੀ ਕਾਨੂੰਨ, ਫਿਰ ਉਸ ਤੋਂ ਬਾਅਦ FCI ਦੀ ਨਵੀਂ ਨੀਤੀ। ਕਿਸਾਨਾਂ ਦੇ ਚਿਹਰੇ ਦਿਨੋਂ ਦਿਨ ਮੁਰਝਾਈ ਜਾ ਰਹੀ ਹੈ। ਹੋਰ 2-4 ਦਿਨਾਂ ਤੱਕ ਕਣਕਾਂ ਪੱਕ ਕੇ ਮੰਡੀਆਂ ਦੇ ਵਿੱਚ ਚਲੇ ਜਾਣਗੀਆਂ, ਪਰ ਸਰਕਾਰਾਂ ਦੀਆਂ ਨੀਤੀਆਂ ਅਜਿਹੀਆਂ ਨੇ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਫਸਲਾਂ ਮੰਡੀਆਂ ਦੇ ਵਿੱਚ ਜਾਣ ਹੀ ਨਾ। ਅੱਜ ਗੱਲਬਾਤ ਕਰਾਂਗੇ ਫਸਲਾਂ ਦੀ, ਫਸਲ ਦੇ ਵਿੱਚ ਖੜ ਕੇ ਹੀ, ਕਿ ਅਸਲ ਦੇ ਵਿੱਚ ਸਰਕਾਰਾਂ ਦੀਆਂ ਨੀਤੀਆਂ ਕਿਉਂ ਇੰਨੀਆਂ ਮਾੜੀਆਂ ਹੋ ਗਈਆਂ। ਕਿਉਂਕਿ ਇੱਕ ਟਾਈਮ ਦੇ ਉੱਪਰ ਇਹਨਾਂ ਫਸਲਾਂ ਨੇ ਹੀ ਦੇਸ਼ ਨੂੰ ਬਚਾਇਆ ਸੀ, ਇਹਨਾਂ ਫਸਲਾਂ ਨੇ ਹੀ ਦੇਸ਼ ਨੂੰ ਹਰਿਆ ਰੰਗ ਦਿੱਤਾ। ਪਰ ਅੱਜ ਸਰਕਾਰਾਂ ਨੂੰ ਉਹੀ ਹਰਿਆ ਰੰਗ ਭਾਉਂਦਾ ਨਜ਼ਰ ਨਹੀਂ ਆ ਰਿਹਾ। ਮੇਰੇ ਨਾਲ ਹਰਪ੍ਰੀਤ ਸਿੰਘ ਹੈਪੀ ਸਰਪੰਚ ਨੇ ਕੰਗਣੀਵਾਲ ਪਿੰਡ ਤੋਂ। ਅਸੀਂ ਜਲੰਧਰ ਦੇ ਇਸ ਪਿੰਡ ਦੇ ਵਿੱਚ ਖੜੇ ਆ। ਖੇਤਾਂ ਦੀ ਗੱਲ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਖੇਤਾਂ ਦੇ ਵਿੱਚ ਖੜ ਕੇ ਕਰਾਂਗੇ, ਕਿਉਂਕਿ ਸਰਕਾਰੀ ਨੀਤੀਆਂ ਕਿਸਾਨਾਂ ਨੂੰ ਰਾਸ ਨਹੀਂ ਆ ਰਹੀਆਂ। ਮੇਰੇ ਨਾਲ ਹੈਪੀ ਸਰਪੰਚ ਨੇ। ਸਰਪੰਚ ਨੇ, ਕਿਸਾਨ ਨੇ, ਨੌਜਵਾਨ ਨੇ, ਇੱਕ ਚੰਗੀ ਸੋਚ ਰੱਖਦੇ ਨੇ। ਸਾਰੀ ਗੱਲਬਾਤ ਕਰਾਂਗੇ। ਬਾਈ ਜੀ, ਕਣਕਾਂ ਕਿੰਨੇ ਕੁ ਚਿਰ ਤੱਕ ਪੱਕ ਕੇ ਚਲੇ ਜਾਣਗੀਆਂ ਮੰਡੀਆਂ 'ਚ? ਪਹਿਲਾਂ ਤਾਂ ਮਨਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਡੇਲੀ ਪੋਸਟ ਦਾ ਧੰਨਵਾਦ। ਤੁਸੀਂ ਸਾਡੀ ਕਿਸਾਨਾਂ ਦੀ ਆਵਾਜ਼ ਨੂੰ ਹਮੇਸ਼ਾ ਸਰਕਾਰ ਤੱਕ, ਲੋਕਾਂ ਤੱਕ ਪਹੁੰਚਾਇਆ। ਗੱਲ ਕੀਤੀ ਕਣਕਾਂ ਦੀ, ਕਣਕਾਂ ਬਸ ਤਕਰੀਬਨ 5-10 ਦਿਨ ਤੱਕ ਰੈਡੀ ਆ ਜੀ। 5-10 ਦਿਨ ਤੱਕ ਉਹੀ ਮੈਂ ਦੇਖ ਰਿਹਾ ਸੀਗਾ ਕਿ ਕਿੰਨਾ ਕੁ ਹਾਲੇ ਦਾਣਾ ਪੱਕਿਆ। 10 ਕੁ ਦਿਨ ਲੱਗਣਗੇ, 5-10 ਦਿਨ ਕਣਕਾਂ ਮੰਡੀ 'ਚ ਆ ਜਾਣਗੀਆਂ। ਸਰਕਾਰ ਚਾਹੁੰਦੀ ਹੈ ਕਿ ਮੰਡੀਆਂ 'ਚ ਜਾਣ ਇਹ ਫਸਲਾਂ, ਕਿਉਂਕਿ ਮੰਡੀਆਂ ਤਾਂ ਖਤਮ ਕਰਨ ਨੂੰ ਫਿਰਦੀ ਹੈ। ਸਰਕਾਰ ਤਾਂ ਦੇਖੋ ਚਾਹੁੰਦੀ ਨਹੀਂ, ਹੈਨਾ, ਕਿ ਇਹ ਜਿਹੜੀਆਂ ਫਸਲਾਂ ਸਾਡੀਆਂ ਆਪਾਂ ਦੇਖ ਰਹੇ ਹਾਂ, ਦੇਖਣ ਆਏ ਹਾਂ। ਜਿੰਨੇ ਚਾਅ ਨਾਲ ਅੱਗੇ ਕਣਕਾਂ ਵੱਢਣ ਦਾ ਚਾਅ ਹੁੰਦਾ ਸੀ, ਉਹਨੂੰ ਵਿਸਾਖੀ ਤੇ ਕਹਿੰਦੇ ਹੁੰਦੇ ਸੀਗੇ ਨਾ ਕਿ ਬੜਾ ਚਾਅ ਚੜ੍ਹਦਾ ਸੀ ਸੁਨਹਿਰੀ ਰੰਗ ਦੇਖ ਕੇ। ਅੱਜ ਤਾਂ ਚਿਹਰੇ ਤੇ ਸਾਡੇ ਬਜ਼ੁਰਗਾਂ ਦੇ, ਸਾਡੇ ਕਿਸਾਨਾਂ ਦੇ ਮੁਰਝਾਏ ਪਏ ਨੇ ਚਿਹਰੇ। ਕਿਉਂਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਇਹ ਤਾਂ ਕਿਤੇ ਨਾ ਕਿਤੇ ਇਹੀ ਚਾਹੁੰਦੀਆਂ ਕਿ ਸਾਨੂੰ ਕਿਸਾਨਾਂ ਨੂੰ ਵੀ ਉੱਥੋਂ
ਆਟਾ ਜਿਹੜਾ ਆ ਪੈਕਾਂ ਚੋਂ ਲੈ ਕੇ ਖਾਈਏ, ਅਸੀਂ ਘਰਾਂ ਦੇ ਵਿੱਚ ਨਾ ਰੱਖੀਏ। ਸਰਕਾਰ ਕਾਰਪੋਰੇਟ ਘਰਾਣਿਆਂ ਦੇ ਅੰਡਰ ਦੇਣਾ ਚਾਹੁੰਦੀ ਆ ਸਾਰਾ ਕੁਝ। ਸਰਕਾਰ ਨਹੀਂ ਚਾਹੁੰਦੀ ਕਿ ਮੰਡੀ ਚੰਗੀ ਤਰ੍ਹਾਂ ਕਣਕਾਂ ਆਉਣ ਤੇ ਵਿਕਣ। ਸਾਡਾ ਕਿਸਾਨ ਬਹੁਤ ਗਿਣਤੀ ਦੇ ਵਿੱਚ ਬਾਰਡਰਾਂ ਦੇ ਉੱਪਰ ਬੈਠਾ ਆ। ਇਹ ਖੇਤ ਅਸੀਂ ਦੂਰ ਦੂਰ ਤੱਕ ਝਾਤੀ ਮਾਰ ਲਈਏ ਤਾਂ ਕਿਸਾਨ ਖੇਤਾਂ 'ਚ ਨਜ਼ਰ ਨਹੀਂ ਆ ਰਹੇ, ਕਿਉਂਕਿ ਇਸ ਟਾਈਮ ਦੇ ਵਿੱਚ ਪਾਣੀ ਵੀ ਲੱਗਣਾ ਹੁੰਦਾ ਕਣਕਾਂ ਨੂੰ, ਲਾਸਟ ਪਾਣੀ ਜਿਹੜਾ ਕਹਿੰਦੇ ਹੁੰਦੇ ਆ। ਤਾਂ ਹੁਣ ਕਿਸਾਨ ਨਹੀਂ ਦਿਸ ਰਹੇ, ਤਾਂ ਇਹ ਫਸਲਾਂ ਆਪਣੇ ਆਪ ਨੂੰ ਲਵਾਰਸ ਤਾਂ ਨਹੀਂ ਸਮਝ ਰਹੀਆਂ? ਕਿਤੇ ਨਾ ਕਿਤੇ ਤਾਂ ਹੈਗਾ ਹੀ ਆ ਨਾ ਭਾਜੀ। ਦੇਖੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਹੁਣ ਸਾਨੂੰ ਸਰਕਾਰ ਨੇ ਬਾਰਡਰਾਂ ਤੇ ਲਿਆ ਕੇ ਬਿਠਾਤਾ, ਸਾਡੀ ਉਹ ਮਜਬੂਰੀ ਆ, ਸਾਨੂੰ ਆਪਣੇ ਹੱਕ ਲੈਣ ਲਈ ਅੱਜ ਸਾਡੀ ਦੇਸ਼ ਦੀ ਸਰਕਾਰ ਨਾਲ, ਸਾਡੇ ਹੱਥੀਂ ਬਣਾਈ ਸਰਕਾਰ ਨਾਲ ਸਾਨੂੰ ਲੜਨਾ ਪੈਣ ਡਿਆ। ਸਾਡੇ ਤੇ ਤਾਨਾਸ਼ਾਹ ਰਵੱਈਆ ਅਪਣਾਇਆ ਜਾ ਰਿਹਾ ਤੇ ਖੇਤਾਂ ਦੇ ਵਿੱਚ ਕਿੱਥੇ ਤਾਂ ਅੱਜ ਇੱਕ ਦੂਜੇ ਨੂੰ ਅਸੀਂ ਕਹਿ ਕੇ ਨੌਕਰਾਂ ਦੇ ਸਿਰ ਤੇ, ਜਦੋਂ ਤੁਸੀਂ ਕਹਿੰਦੇ ਹੁੰਦੇ ਨਾ ਘਰ ਦਾ ਮਾਲਕ ਜੇ ਘਰ ਹੋਵੇ ਤੇ ਉਹਦੀ ਗੱਲ ਕੁਝ ਹੋਰ ਹੁੰਦੀ ਆ। ਜਦੋਂ ਅਸੀਂ ਇੱਕ ਦੂਜੇ ਤੇ, ਠੀਕ ਆ ਸਾਡੇ ਭਾਈ ਭਰਾ ਸਾਡੇ ਸਾਰਾ ਕੁਝ ਮਦਦ ਕਰ ਰਹੇ ਆ, ਪਰ ਫੇਰ ਵੀ ਕਿਤੇ ਨਾ ਕਿਤੇ ਲਵਾਰਸ ਤਾਂ ਸਮਝਣਗੀਆਂ ਹੀ ਵੀ ਅਸੀਂ, ਪਰ ਕੋਈ ਇਦਾਂ ਦੀ ਗੱਲ ਨਹੀਂ। ਅਸੀਂ ਸਰਕਾਰ ਨਾਲ ਮੱਥਾ ਲਾਉਣ ਲਈ ਇੱਕ ਦੂਜੇ ਨੂੰ ਆਸਰਾ ਦੇ ਕੇ ਪ੍ਰੋਪਰਲੀ ਪੂਰੇ ਵਧੀਆ ਤਰੀਕੇ ਨਾਲ ਅਸੀਂ ਇੱਕ ਦੂਜੇ ਦੀਆਂ ਫਸਲਾਂ ਸਾਂਭਾਂਗੇ। ਅੱਛਾ, ਇੱਕ ਦੂਸਰੇ ਦੀਆਂ ਫਸਲਾਂ ਦੀ ਸਾਂਭਣ ਦੀ ਗੱਲ ਆ, ਕਿਉਂਕਿ ਹੁਣ ਜਦੋਂ ਵੈਸੇ ਤਾਂ ਝੋਨੇ ਨਾਲੋਂ ਤਾਂ ਕਣਕ ਦੀ ਜਿਹੜੀ ਵਾਢੀ ਸੌਖੀ ਆ, ਤਾਂ ਫਿਰ ਇੱਕ ਦੂਜੇ ਦੀ ਜ਼ਿੰਮੇਵਾਰੀ ਚੱਕੋਗੇ? ਇਹ ਤਾਂ ਵੱਟ ਪਿੱਛੇ ਕਹਿੰਦੇ ਕਿ ਵੱਢ ਟੁੱਕ ਕਰਨ ਵਾਲੀ ਕੌਮ ਆ, ਤੇ ਅੱਜ ਫਿਰ ਫਸਲਾਂ ਸਾਂਭੋਗੇ ਸਾਰੀਆਂ? ਇਹ ਇਦਾਂ, ਤੁਹਾਨੂੰ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਮਨਦੀਪ ਭਾਜੀ, ਵੀ ਜਦੋਂ ਕਹਿੰਦੇ ਹੁੰਦੇ ਨਾ ਕਿ ਅਸੀਂ ਲੜਦੇ ਹੋਈਏ ਆਪਸ 'ਚ 100 ਵਾਰੀ ਲੜੀਏ, ਜਦੋਂ ਕੋਈ ਆ ਕੇ ਸਾਡੇ 'ਚ ਤੀਜਾ ਵੜੇ ਨਾ ਫਿਰ ਅਸੀਂ ਇਕੱਠੇ ਹੋ ਜਾਂਦੇ ਆ। ਇਸ ਕਰਕੇ ਅੱਜ ਸਾਡੇ 'ਚ 100 ਵਖਰੇਵੇਂ ਹੋਣ, ਅਸੀਂ ਵੱਟਾਂ ਲਈ ਬੰਨਿਆਂ ਲਈ ਲੜਦੇ ਰਹੀਏ, ਉਹ ਸਾਡੀਆਂ ਆਪ ਦੀਆਂ ਘਰ ਦੀਆਂ ਲੜਾਈਆਂ। ਭਾਈ ਭਰਾ ਵੀ ਲੜਦੇ ਹੁੰਦੇ ਆ, ਪਰ ਕਿਤੇ ਦੋ ਭਰਾ ਹੋਣ ਨਾ, ਉਹਨਾਂ 'ਚ ਜੋ ਮਰਜ਼ੀ ਬਹਿਸ ਹੋਵੇ, ਤੀਜਾ ਆ ਕੇ ਹੱਥ ਪਾਵੇ, ਫਿਰ ਦੋ ਭਰਾ ਇਕੱਠੇ ਹੋ ਜਾਂਦੇ ਆ। ਜੇ ਅੱਜ ਸਾਡੇ ਪਿੰਡ ਤੇ ਕੋਈ ਨੌਬਤ ਆਵੇ, ਅਸੀਂ ਸਾਰਾ ਪਿੰਡ ਇਕੱਠੇ ਆ, ਚਾਹੇ ਬੋਲੀਏ ਚਾਹੇ ਨਾ ਬੋਲੀਏ ਕਿਸੇ ਨਾਲ। ਇਸੇ ਤਰ੍ਹਾਂ ਹੀ ਅਸੀਂ, ਕੋਈ ਸਾਡਾ ਭਾਈ ਭਰਾ ਜੀ ਦਾ ਟਰੈਕਟਰ ਟਰਾਲੀ ਜਾਂ ਕੋਈ ਵੀ ਚੀਜ਼ ਉੱਥੇ ਪਈ ਆ, ਉਹਦੀ ਫਸਲ ਵੱਢਾਂਗੇ ਵੀ, ਮੰਡੀਆਂ ਤੱਕ ਸਾਡੇ ਸਾਰੇ ਕਿਸਾਨ ਜਿਹੜੇ ਸਾਡੇ ਖੇਤੀ ਕਰਦੇ ਆ, ਮੰਡੀਆਂ ਦੀ ਜ਼ਿੰਮੇਵਾਰੀ ਵੀ ਨਿਭਾਵਾਂਗੇ, ਫਸਲ ਵੇਚਾਂਗੇ ਵੀ, ਉਹਨੂੰ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ। ਸਰਪੰਚ ਸਾਹਿਬ ਬੈਠ ਕੇ ਗੱਲ ਕਰਦੇ ਆ, ਕਿਉਂਕਿ ਜੇ ਇੱਥੇ ਬਹਿ ਕੇ ਗੱਲ ਕਰਾਂਗੇ ਤੇ ਸਾਡੇ ਮੈਨੂੰ ਲੱਗਦਾ ਕਿ ਅੰਦਰੋਂ ਗੱਲ ਨਿਕਲੂਗੀ, ਕਿਉਂਕਿ ਇਹ ਸਾਡੇ ਇਹਦੇ ਤੋਂ ਹੀ ਅਸੀਂ ਸਭ ਕੁਝ ਕਰਦੇ ਆ। ਸਾਰੇ ਜਣੇ ਇਹਦੇ ਤੋਂ ਹੀ ਰੋਟੀ ਖਾਂਦੇ ਆ, ਚਾਹੇ ਕੋਈ ਬੀਜੇਪੀ ਵਾਲਾ, ਜਿਹੜਾ ਵੀ ਇਨਸਾਨ ਬਣਿਆ, ਕੋਈ ਜਾਨਵਰ, ਕੋਈ ਪਸ਼ੂ, ਕੋਈ ਇਨਸਾਨ, ਹਰ ਇੱਕ ਬੰਦਾ ਅਕਸਰ ਅੰਨ ਤਾਂ ਖੇਤਾਂ 'ਚੋਂ ਹੀ ਉੱਗਦਾ ਨਾ, ਗਮਲਿਆਂ 'ਚ ਲਗਾ ਕੇ ਖਾਂਦੇ ਨਹੀਂ ਇਹ। ਪਰ ਸਾਡੇ ਮੇਰੇ ਵੀਰ ਭਰਾ ਜਿਹੜੇ ਬੀਜੇਪੀ ਵਾਲੇ ਲੀਡਰ ਨੇ ਜਾਂ ਮੋਦੀ ਦੇ ਚਾਹਵਾਨ ਨੇ, ਮੋਦੀ ਜੀ ਵੀ ਖੁਦ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ, ਰਿਸਪੈਕਟਡ ਨੇ, ਪਰ ਉਹ ਵੀ ਸਮਝਣ ਨਹੀਂ ਰਹੇ ਵੀ ਇੱਥੋਂ ਹੀ ਉੱਗਦਾ ਸਾਰਾ ਕੁਝ, ਹਨਾ, ਤੇ ਇਹਦਾ ਸਤਿਕਾਰ ਕਰਨਾ ਜ਼ਰੂਰੀ ਆ। ਨੀਤੀ ਆਯੋਗ ਦੀ ਅੱਜ ਮੈਂ ਖਬਰ ਪੜ੍ਹਦਾ ਸੀ, ਉਹ ਕਹਿੰਦੇ ਕਿ 2022 ਤੱਕ ਅਸੀਂ ਜਿਹੜਾ ਟੀਚਾ ਰੱਖਿਆ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ, ਇਦਾਂ ਆਮਦਨ ਦੁੱਗਣੀ ਨਹੀਂ ਹੋਣੀ, 1.5 ਸਾਲ ਦੀ ਰੋਕ ਲਵਾ ਲਓ। ਇਹ ਤੇ ਇਦਾਂ ਆ ਨਾ ਜੀ, ਹਾਸੋ ਹੀ ਨਹੀਂ ਗੱਲ ਹੋ ਗਈ ਵੀ ਜਿਹੜਾ 1.5 ਸਾਲ ਦੀ, ਹੁਣ ਕਈ ਨਾ ਕਈ ਇਦਾਂ ਹੁੰਦੀ ਨਾ, ਪੈਂਤਰੇ ਲੱਭਦੇ ਨੇ ਕਿ ਸਾਡੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸੀ, ਕਿਸਾਨਾਂ ਨੇ ਰੋਕ ਰੌਲਾ ਪਾ ਲਿਆ, ਆਮਦਨ ਨਹੀਂ ਦੁੱਗਣੀ ਹੋਣੀ। ਭਰਾਵੋ ਮਿਹਨਤ ਕਰਦਾ, ਸਾਡੀ ਜਿੰਨੀ ਕੁ ਹੈਗੀ ਉਨੀ ਰਹਿਣ ਦਿਓ। ਅਸੀਂ ਦੇਖ ਚੁੱਕੇ ਆ ਇਹਨਾਂ ਚੀਜ਼ਾਂ ਨੂੰ। ਕਾਰਪੋਰੇਟ ਜਿਹੜੀ ਇਹ ਖੇਤੀ ਆ, ਜਿਹੜੀ ਇਹ ਕਹਿਣਾ ਚਾਹੁੰਦੇ ਆ, ਉਹਦੇ ਤੇ ਅਸੀਂ ਉੱਥੇ ਇੱਕ ਨਿਚੋੜ ਕੱਢਿਆ ਸੀ ਵੀ ਜੇ ਸਰਕਾਰ ਕਹਿੰਦੀ ਆ ਕਾਰਪੋਰੇਟ ਖੇਤੀ ਵੀ ਆ ਕੇ ਕੰਪਨੀਆਂ ਵਜਾਉਣਗੀਆਂ, ਅਸੀਂ ਉਹਦੇ ਤੇ ਇੱਕ ਗੱਲ ਕੀਤੀ ਸੀ ਵੀ ਇੱਥੇ ਆ ਜਾਓ, ਉਹ ਦੇਖ ਲਓ। ਸਾਡੇ ਪਿੰਡਾਂ ਦੇ ਸਾਡੇ ਭਾਈ ਭਰਾਵਾਂ ਨੇ ਖੁਦ ਉਹ ਫਸਲ ਬੀਜ ਕੇ ਦੇਖੀ ਆ, ਬੇਬੀ ਕੌਰਨ ਦੀ, ਵੀ ਉਹ ਜਦੋਂ ਉੱਥੇ ਲਿਜਾਂਦੇ ਸੀ ਨਾ, ਰੇਸ਼ੋ ਕੱਢਦੇ ਸੀ ਦੁੱਧ ਵਾਂਗੂ ਫੈਟ, ਕਿ ਇੰਨੀ 24 ਘੰਟਿਆਂ 'ਚ ਜੇ ਫਸਲ ਪਹੁੰਚ ਗਈ ਤਾਂ ਠੀਕ ਆ, ਨਹੀਂ ਤਾਂ ਇਹਦਾ ਕੋਈ ਮੁੱਲ ਨਹੀਂ, ਪਸ਼ੂਆਂ ਨੂੰ ਪਾਲੋ। ਉਹ ਚੀਜ਼ਾਂ ਅਸੀਂ ਦੇਖ ਚੁੱਕੇ ਆ, ਸਾਨੂੰ ਮੁਨਾਫਾ ਨਾ ਦਿਓ ਜਿਹੜਾ ਹੈਗਾ। ਬੜੀ ਵੱਡੀ ਐਗਜ਼ਾਮਪਲ ਆ ਕਿ ਤੁਸੀਂ ਕਿਸੇ ਵੀ ਮਾਲ 'ਚ ਚਲੇ ਜਾਓ, 35 ਰੁਪਏ ਦੀ ਛੱਲੀ ਮਿਲਦੀ ਆ, ਉਹ ਬਸ ਆਹੀ ਗੱਲ ਕਿ ਉਹ ਸਾਡੇ ਤੋਂ ਲੈਂਦੇ ਸੀ 1800 ਨੂੰ ਕੁਆਂਟਲ, 1500 ਨੂੰ ਕੁਆਂਟਲ, ਠੀਕ ਹੈ। ਉਦੋਂ ਉਹਦੇ ਤੇ ਪੂਰੀ ਡਿਟੇਲ ਹੈਗੀ ਆ, ਅਸੀਂ ਪੂਰੀ ਡਿਟੇਲ 'ਚ ਗੱਲ ਕੀਤੀ ਸੀ, ਮੈਂ ਇੱਥੇ ਨਹੀਂ ਜਾਂਦਾ, ਪਰ ਸਾਨੂੰ ਜਿੰਨਾ ਕੁ ਮੁਨਾਫਾ ਹੈਗਾ ਭਰਾਵਾ ਰਹਿਣ ਦਿਓ, ਬਹੁਤਾ ਦਿੰਦੇ ਥੋੜਾ ਬਿਨਾ ਖੋ ਲਿਓ। ਪਰ ਇਹ ਕਹਿੰਦੇ ਆ ਕਿ ਫਿਰ ਕਿਸਾਨ ਕਿਉਂ ਕਹਿੰਦੇ ਆ ਕਿ ਸਾਡੀ ਆਮਦਨ 'ਚ ਵਾਧਾ ਨਹੀਂ ਹੋਇਆ, ਸਾਡੇ ਤੁਸੀਂ ਰੇਟ ਵਧਾਓ, ਕਣਕਾਂ ਦੇ ਰੇਟ ਵਧਾਓ। ਕਹਿੰਦੇ ਕਿ 70 ਸਾਲ ਹੋ ਗਏ ਆ, 72 ਸਾਲ, ਤੇ ਤੁਸੀਂ ਫਿਰ ਇਹ ਗੱਲ ਨਾ ਆਖੋ ਨਾ ਕਿ ਸਾਡੇ ਰੇਟ ਨਹੀਂ ਵਧਦੇ, ਰੇਟ ਇਸ ਤਰੀਕੇ ਨਾਲ ਦੁੱਗਣੇ ਹੋਣਗੇ। ਨਹੀਂ, ਇਹ ਗੱਲ ਤੇ ਇਦਾਂ ਨਾ, ਫਿਰ ਗੱਲ ਕਹਿੰਦੇ ਹੁੰਦੇ ਆ ਵੀ ਰੇਟ ਦੁੱਗਣੇ, ਹੱਕ ਤਾਂ ਮੰਗਣਾ ਸਾਡਾ ਹੱਕ ਆ ਯਾਰ, ਪਰ ਜਿਹੜੇ ਗਲਤ ਰਾਹੇ ਤੋਰ ਕੇ ਮੈਂ ਪਿੰਡ ਨੂੰ ਜਾਣਾ, ਮੈਂ ਕਹਿੰਦਾ ਮੈਂ ਪਿੰਡ ਆਪਣੇ ਜਾਣਾ, ਘਰ ਨੂੰ ਜਾਣਾ, ਪਰ ਜੇ ਤੁਸੀਂ ਮੈਨੂੰ ਘੁਮਾ ਕੇ ਕਹੋਗੇ ਨਹੀਂ ਇੱਧਰ ਦੀ ਜਾ, ਤੇਰਾ ਫਾਇਦਾ, ਜੇ ਮੈਨੂੰ ਯਾਰ ਲੱਗ ਗਿਆ ਉਹਦੀ ਮੈਨੂੰ ਦੀਦਾ ਕਿੱਦਾਂ ਮੈਂ ਜਾਣਾ, ਮੈਨੂੰ ਪਤਾ, ਕਿਸਾਨਾਂ ਨੂੰ ਖੁਦ ਪਤਾ ਵੀ ਇਹ ਫਸਲ ਕਿੱਦਾਂ ਬੀਜਣੀ ਤੇ ਕਿੱਦਾਂ ਇਹਦਾ ਮੁਨਾਫਾ ਹੋਣਾ। ਰੇਟ ਵਧਾਓ, ਜ਼ਰੂਰ ਵਧਾਓ, ਸਬਜ਼ੀਆਂ ਨੂੰ, ਹਰ ਇੱਕ ਚੀਜ਼ ਨੂੰ ਵਧੀਆ ਤਰੀਕੇ ਨਾਲ ਖਰੀਦੋ, ਸਰਕਾਰਾਂ ਬਣਾਉਣ, ਪਰ ਇਦਾਂ ਥੋੜੀ ਆ ਕਿ ਕਾਰਪੋਰੇਟ ਘਰਾਣਿਆਂ ਨਾਲ ਮੰਡੀਆਂ ਖਤਮ ਕਰਕੇ ਤੋਂ ਰੇਟ ਦੁੱਗਣੇ ਹੋਣੇ ਨੇ। ਮੰਡੀਆਂ ਖਤਮ ਕਰਕੇ ਰੇਟ ਥੋੜੀ ਦੁੱਗਣੇ ਹੋਣੇ। ਤਾਂ ਕਹਿੰਦੇ ਹੋ ਕਿ ਜੇ ਮੰਡੀਆਂ ਖਤਮ ਹੋ ਜਾਣਗੇ ਤਾਂ ਫਿਰ ਇਦਾਂ ਵੱਟਾਂ ਦੇ ਉੱਤੇ ਪ੍ਰਾਈਵੇਟ ਕੰਪਨੀਆਂ ਆਉਣਗੀਆਂ ਜਾਂ ਪ੍ਰਾਈਵੇਟ ਪਲੇਅਰ ਆਉਣਗੇ, ਇਦਾਂ ਇੱਥੋਂ ਲੈ ਕੇ ਜਾਣਗੇ, ਇੱਥੇ ਸੌਦਾ ਹੋਊਗਾ। ਦੇਖੋ ਉਹੀ ਗੱਲ ਹੈ ਨਾ, ਜਿੱਦਾਂ ਆਉਣਗੇ
ਆ ਕੇ ਸਾਡੇ ਕੋਲੋਂ ਜਦੋਂ ਭਾਜੀ ਇੱਕ ਛੋਟੀ ਜਿਹੀ ਗੱਲ ਆ ਮਨਦੀਪ ਭਾ, ਜ਼ਿਮੀਂਦਾਰ ਨੂੰ ਜਦੋਂ ਇਹਨਾਂ ਨੇ ਪਹਿਲਾਂ 2-3 ਸਾਲ ਆਉਣੇ ਨੇ ਨਾ, 2-3 ਸਾਲਾਂ 'ਚ ਇਹਨਾਂ ਨੇ ਬਿੱਲਾਂ ਦਾ ਸਿੱਧਾ ਹਿਸਾਬ ਆ, ਤੁਹਾਨੂੰ ਦੱਸ ਦਿੰਦਾ ਸ਼ਾਰਟ 'ਚ, ਵੀ ਜਦੋਂ ਕੰਪਨੀਆਂ ਨੇ ਆਉਣਾ, ਸਾਨੂੰ ਇੱਕ ਚੀਜ਼ ਦਾ ਫਸਲ ਦਾ 1800 ਰੁਪਈਆ ਮਿਲ ਰਿਹਾ, ਇੱਕ ਕੰਪਨੀ ਨੇ ਆਉਣਾ, ਉਹਨੇ ਕਹਿਣਾ ਵੀ ਮੈਂ ਤੁਹਾਨੂੰ 2500 ਦਿੰਦਾ, ਸਾਡੇ ਜ਼ਿਮੀਂਦਾਰਾਂ ਨੇ ਭੱਜਣਾ ਜੇ ਅਸੀਂ ਇਸ ਚੀਜ਼ ਨੂੰ ਨਾ ਸਮਝਦੇ। ਅੱਜ ਤਾਂ ਸਮਝ ਚੁੱਕੇ ਆ, ਆਪਾਂ 2500 ਵਾਲੇ ਤੇ ਚਲੇ ਗਏ, ਉੱਥੇ ਜਾ ਕੇ ਸਾਨੂੰ ਮੰਡੀ 'ਚ ਬਹਿਣ ਦੀ ਲੋੜ ਨਹੀਂ, ਸਾਡੀ ਟਰਾਲੀ ਜਾਣੀ ਆ, ਸਾਨੂੰ ਏਸੀ ਰੂਮ 'ਚ ਬਿਠਾ ਦੇਣਾ ਆ, ਤੇ ਅਸੀਂ ਉੱਥੇ ਜ਼ਿਮੀਂਦਾਰ ਨੇ ਚਾਹ ਦਾ ਕੱਪ ਪੀਣਾ, ਕਾਫੀ ਦਾ, ਟਰਾਲੀ ਸਿੱਧੀ ਖਾਲੀ ਹੋ ਜਾਣੀ, ਕੰਡੇ ਤੇ ਆ ਕੇ ਹੋਣਾ, ਇਹਨਾਂ ਨੇ ਕੰਮ ਕਰਨਾ ਇਹ, ਠੀਕ ਆ। ਬੰਦੇ ਨੇ ਬੜਾ ਖੁਸ਼ ਹੋਣਾ ਵੀ ਯਾਰ ਮੈਨੂੰ ਤਾਂ 2500 ਮਿਲ ਗਿਆ। 3 ਸਾਲਾਂ ਦੇ ਵਿੱਚ ਆੜਤ ਜਿਹੜੀ ਆ, ਜਦੋਂ ਤੱਕ 2-3 ਸਾਲਾਂ 'ਚ ਆੜਤ ਖਤਮ ਹੋ ਜਾਣੀ ਆ, ਆੜਤੀਆਂ ਨੇ ਵੀ ਕਹਿਣਾ ਹੁਣ ਮੇਰੇ ਕੋਲ ਕਿਸਾਨ ਤਾਉਂਦਾ ਨਹੀਂ ਮੰਡੀ 'ਚ, ਤੇ ਮੈਂ ਇਹਨੂੰ ਬੰਦ ਕਰਾਂ ਤੇ ਆਪਣਾ ਕੋਈ ਹੋਰ ਕਿੱਤਾ ਲੱਭਾਂ। ਨਾਲ ਦੀ ਨਾਲ ਸਰਕਾਰਾਂ ਨੇ ਕਹਿਣਾ ਮੰਡੀਆਂ ਵਿਹਲੀਆਂ ਪਈਆਂ, ਛੱਡੋ ਇਹਨਾਂ ਨੂੰ ਆਪਾਂ ਹੋਰ ਕਿਤੇ ਵਰਤ ਲਈਏ। ਫੇਰ ਜਿੱਦਣ ਇਹ ਚੀਜ਼ਾਂ ਹੋ ਗਈਆਂ, ਉਦਣ ਇਹਨਾਂ ਨੇ ਫਿਰ ਮਰਜ਼ੀ ਨਾਲ ਰੇਟ ਲਾਉਣਾ, ਫਿਰ ਕਹਿਣਾ ਵੀ ਮੇਰੇ ਕੋਲੇ ਤਾਂ ਭਾਈ ਤੇਰੀ ਫਸਲ ਦੀ ਆਹ ਰੰਗ ਨਹੀਂ ਤੇਰਾ ਠੀਕ, ਆ ਚੀਜ਼ਾਂ ਨਹੀਂ ਠੀਕ, ਫਿਰ ਤਾਂ ਮੈਂ ਹੁਣ 1500 ਨੂੰ ਲਊਂਗਾ, ਮੈਂ ਹੁਣ 1200 ਨੂੰ ਲਊਂਗਾ। ਜਦੋਂ ਮੰਡੀ ਖਤਮ ਹੋ ਗਈ, ਅੱਜ ਤਾਂ ਕਿਸਾਨ ਨੂੰ ਪਤਾ MSP ਦੇ ਵੀ ਭਾਈ ਮੇਰੀ ਚੀਜ਼ 1800 ਨੂੰ ਖਰੀਦ ਹੋ ਰਹੀ ਆ, 1900 ਨੂੰ ਖਰੀਦ ਹੋ ਰਹੀ ਆ, ਫਿਰ ਮਰਜ਼ੀ ਦਾ ਰੇਟ ਲਾਉਣਗੇ। ਕਿਸਾਨ ਘਰੇ ਤਾਂ ਸਾਂਭ ਨਹੀਂ ਸਕਦਾ, ਹੁਣ ਮੈਂ 20 ਖੇਤਾਂ ਦੀ ਕਣਕ ਕਿੱਥੇ ਸਿੱਟ ਲੂੰ, ਫਿਰ ਮਰਜ਼ੀ ਦਾ ਰੇਟ ਲਾ ਕੇ। ਫਿਰ ਜਦੋਂ ਕਾਰਪੋਰੇਟ ਘਰਾਣੇ ਆ, ਜੀਓ ਕੰਪਨੀ ਆਈ ਸੀ, ਐਗਜ਼ਾਮਪਲ ਆ, ਫ੍ਰੀ ਕੀਤਾ ਸੀ, ਤੇ ਉਹ ਲੈ ਕੇ ਚੱਲਦੇ ਆ। ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਕਿ ਜੇ ਉਹਨਾਂ ਨੇ 1000 ਕਰੋੜ ਕੰਪਨੀ ਤੇ ਲਾਇਆ, ਤੇ 200-400 ਕਰੋੜ ਉਹ ਕੰਪੀਟੀਟਰ ਨੂੰ ਫੇਲ ਕਰਨ ਲਈ ਲੈ ਕੇ ਚੱਲਦੇ ਆ। ਪਹਿਲਾਂ 400-500 ਕਰੋੜ ਉਹਨਾਂ ਨੇ ਹੋਰ ਖਰਚ ਦੇਣਾ, ਉਸ ਤੋਂ ਬਾਅਦ ਚ ਲਾਏ ਨਾ ਪੈਸੇ। ਰੋਕ ਦੀ ਗੱਲ ਕਰਦੇ, ਕਹਿੰਦੇ ਕਿ 1.5 ਸਾਲ ਦੀ ਜੇ ਰੋਕ ਲਵਾ ਲਓ ਤਾਂ ਫਿਰ ਆਰਾਮ ਨਾਲ ਬਹਿ ਕੇ ਗੱਲਾਂ ਬਾਤਾਂ ਕਰੋ, ਇਹਦੇ ਵਿੱਚ ਖਾਮੀਆਂ ਲੱਭੋ, ਕੱਲੇ ਕਲੌਜ਼ ਦੇ ਉੱਪਰ ਚਰਚਾ ਕਰ ਸਕਦੇ ਆ ਕਿਸਾਨ ਸਰਕਾਰ ਦੇ ਨਾਲ। ਸੁਪਰੀਮ ਕੋਰਟ ਦੇ ਵੱਲੋਂ ਵੀ ਹਜੇ ਤੱਕ ਰੋਕ ਲਾਈ ਗਈ ਆ ਕਿ ਅਗਲੇ ਫੈਸਲੇ ਤੱਕ। ਤਾਂ ਤੁਹਾਨੂੰ ਨਹੀਂ ਲੱਗਦਾ ਕਿ 1.5 ਸਾਲ ਦੀ ਜਾਂ ਹੋਰ ਕੋਈ ਇਹਨਾਂ ਚੀਜ਼ਾਂ 'ਚ ਐਡ ਕਰਕੇ ਤੇ ਕਿਤੇ ਨਾ ਕਿਤੇ ਸਮਝੌਤਾ ਕਰ ਲੈਣਾ ਚਾਹੀਦਾ? ਨਹੀਂ ਭਾਜੀ, ਇਦਾਂ ਨਹੀਂ ਨਾ। ਸਾਡੇ ਦੇਖੋ ਜਿਹੜੇ ਲੀਡਰ ਆ, ਸਾਡੇ ਸਿਆਣੇ ਆਗੂ ਆ, ਅਸੀਂ ਇੱਕ ਜਿੰਨੇ ਜਾਣੇ ਵੀ ਆ ਸੰਯੁਕਤ ਮੋਰਚੇ ਦੀ ਕਾਲ ਤੇ ਚੱਲਦੇ ਆ, ਹਨਾ। ਸੰਯੁਕਤ ਕਿਸਾਨ ਮੋਰਚਾ ਬੈਠਾ ਉੱਥੇ, ਸਾਡੇ ਰਾਜੇਵਾਲ ਜੀ ਸਾਰੇ ਜਾਣੇ ਸੀਨੀਅਰ ਆਗੂ ਨੇ। ਜੇ ਗੱਲ ਕਰਦੇ ਸਰਕਾਰ ਨਾਲ ਗੱਲ ਕਰਨ ਨੂੰ ਕਿੰਨੀ ਵਾਰੀ ਕਰ ਹਟੇ ਆ, ਉਦੋਂ ਬਹਿ ਕੇ ਸਮਝਾ ਲੈਣ ਜੋ ਸਾਨੂੰ ਸਮਝਾਉਣਾ। ਅਸੀਂ ਤਾਂ ਗੱਲ ਕਰਤੀ, ਉੱਥੇ ਸਾਡੇ ਲੀਡਰਾਂ ਨੇ ਗੱਲ ਕਰਤੀ। ਪਰ ਜਿਹੜਾ ਕਹਿੰਦੇ 1.5 ਸਾਲ ਦੀ ਗੱਲ ਆ, ਵੀ ਠੰਡਾ ਪਾਉਣਾ ਚਾਹੁੰਦੇ ਆ, ਵੀ ਲੰਮਾ ਖਿੱਚ ਦਿਓ, ਲੰਮਾ ਖਿੱਚ ਕੇ ਕਿਤੇ ਉਸ ਤੋਂ ਬਾਅਦ ਦੇਖਾਂਗੇ ਕੀ ਹੁੰਦਾ। ਇਹ ਇਸ ਨੀਤੀ ਤੇ ਚੱਲਦੇ ਆ, ਠੀਕ ਹੈ। ਹੁਣ ਕਿਤੇ ਨਾ ਕਿਤੇ ਇਲੈਕਸ਼ਨ ਉਡੀਕ ਰਹੇ ਆ, ਬੰਗਾਲ ਵਾਲੀ, ਉੱਥੋਂ ਕੀ ਰਿਜ਼ਲਟ ਆਉਂਦੇ ਆ ਫਿਰ ਦੇਖਦੇ ਆ, ਹਨਾ। ਕੱਲ ਨੂੰ ਤਾਂ ਪੰਜਾਬ 'ਚ ਵੀ ਇਲੈਕਸ਼ਨ ਆ, ਫਿਰ ਪੰਜਾਬ ਦੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਤੁਹਾਡੇ ਮੋਢੇ ਤੇ ਰੱਖ ਕੇ ਚਲਾ ਦੇਣਗੇ। ਨਹੀਂ, ਇਦਾਂ ਨਹੀਂ। ਹੁਣ ਅਸੀਂ ਸਮਝਦਾਰ ਹੋਏ ਆ ਉਹਦੇ ਬਾਰੇ। ਅੱਜ ਫੇਰ ਕੱਲ ਦੀ ਜੇ ਅਸੀਂ ਇੱਥੇ ਬਿੱਲ ਫੂਕੇ ਆ, ਹੋਲੀ ਦੇ, ਕਾਲੀ ਹੋਲੀ ਮਨਾਈ ਆ, ਉਹਦੇ ਵਿੱਚ ਜੋ ਸਾਨੂੰ ਕਮੀਆਂ ਲੱਗਦੀਆਂ, ਕਿਤੇ ਨਾ ਕਿਤੇ ਕੁਝ ਬੰਦੇ ਹੁੰਦੇ ਆ ਜੋ ਲਾਹਾ ਲੈਂਦੇ ਆ ਇਹਨਾਂ ਚੀਜ਼ਾਂ ਦਾ। ਪਰ ਅਸੀਂ ਹੁਣ ਇੰਨੇ ਕੁ ਸਮਝਦਾਰ ਹੋ ਗਏ ਆ ਕਿ ਅਸੀਂ, ਜੇ ਕੱਲ ਸਾਡੀ ਉਹਦੇ ਵਿੱਚ ਸਾਨੂੰ ਕੋਈ ਇੱਕ ਕਮੀ ਦਿਸੀ, ਅਸੀਂ ਸਵੇਰੇ ਮੀਟਿੰਗ ਰੱਖ ਕੇ ਉਸ ਕਮੀ ਨੂੰ ਦੂਰ ਕਰਨ ਲਈ ਅਸੀਂ ਹੁਣ ਜਿੱਦਾਂ ਸਰਕਾਰ ਚੱਲਦੀ, ਅਸੀਂ ਵੀ ਸਟੈਪ ਬਾਏ ਸਟੈਪ ਇਹਨੂੰ ਵਧੀਆ ਤਰੀਕੇ। ਲੱਗਦਾ ਨਹੀਂ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ? ਹੁਣ ਨੌਜਵਾਨ ਬੜੇ ਉੱਭਰ ਕੇ ਸਾਹਮਣੇ ਆਏ, ਮੈਂ ਤੁਹਾਡੀਆਂ ਵੀ ਸਪੀਚਾਂ ਕਈ ਵੀ ਸੁਣਦਾ ਹੁੰਦਾ, ਬਹੁਤ ਵਧੀਆ ਹੁੰਦੀਆਂ, ਅਗਰੈਸਿਵ ਹੁੰਦੀਆਂ। ਤਾਂ ਕਹਿੰਦੇ ਲੀਡਰ ਬੁਲਾਰੇ ਦੇ ਕਰਕੇ ਹੀ ਬਣਦਾ, ਜੇ ਬੁਲਾਰਾ ਚੰਗਾ ਤਾਂ ਲੀਡਰ ਬਣ ਸਕਦਾ ਹੈ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਲੀਡਰੀ ਦੇ ਵਿੱਚ ਪੈਣਾ ਚਾਹੀਦਾ? ਨਹੀਂ, ਹਾਲੇ ਇਹਦੇ ਬਾਰੇ ਟਿੱਪਣੀ ਕਰਨੀ ਗਲਤ ਹੋਊਗੀ ਵੀ ਮੈਂ ਇੱਥੇ ਕੋਈ ਬਿਆਨ ਕਰ ਜਾਂ, ਕਿਉਂਕਿ ਅੱਜ ਕੱਲ ਬੜਾ ਤੁਸੀਂ ਤਾਂ ਮੇਰੇ ਨਾਲ ਪੂਰੀ ਵਿਸਥਾਰ 'ਚ ਗੱਲ ਕਰ ਰਹੇ ਹੋ। ਉਹ ਕਲਿੱਪ ਕੱਟ ਕੇ ਸਾਡੇ ਬਣਾ ਦਿੰਦੇ ਨੇ, ਤੇ ਉਹਦੇ ਨਾਲ ਸਾਡੇ ਕਿਸੇ ਅੰਦੋਲਨ ਨੂੰ ਠੇਸ ਪਹੁੰਚੇ ਮੇਰੇ ਇੱਕ ਬੋਲ ਨਾਲ। ਮੈਂ ਹਾਲੇ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਦਾ ਵੀ ਲੀਡਰ ਪੁਣੇ ਦੇ ਵਿੱਚ ਆਉਣਾ ਚਾਹੀਦਾ। ਹਾਂ ਠੀਕ ਹੈ, ਬਦਲਾਵ ਜ਼ਰੂਰ ਚਾਹੀਦਾ। ਬਦਲਾਵ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਵੀ ਦੇਖਿਆ ਸੀ, ਪਰ ਉਹਨਾਂ ਨੇ ਕੀ ਚੰਦ ਚਾੜਿਆ ਦੀਦਾ ਹੀ ਆ, ਠੀਕ ਹੈ ਨਾ। ਇਹ ਹਾਲੇ ਮੈਂ ਕਹਿੰਦਾ ਹਾਂ ਠੀਕ ਹੈ, ਬਦਲਾਵ ਆਵੇ, ਲੀਡਰ ਵਧੀਆ ਆਉਣ, ਅਸੀਂ ਉਹਨਾਂ ਦੇ ਮਗਰ ਤੁਰਾਂਗੇ। ਪਰ ਹਾਲੇ ਸਾਡਾ ਇੱਕੋ ਹੀ ਨਿਸ਼ਾਨਾ ਬਿੱਲ ਮਾਫ ਕਰਾਉਣੇ। FCI ਨੇ ਇੱਕ ਤਰੀਕ ਤੋਂ 10 ਤਰੀਕ ਤੋਂ ਜਿਹੜੀ ਹੈ ਇਹ ਮੰਡੀਆਂ ਦੇ ਵਿੱਚ ਫਸਲ ਚਲੇ ਜਾਣੀ ਹੈ, ਉਹ ਅਦਾਇਗੀ ਹੋਣ ਲੱਗ ਜਾਣੀ ਹੈ। FCI ਕਹਿੰਦੀ ਹੈ ਕਿ ਅਸੀਂ ਸਿੱਧੇ ਖਾਤਿਆਂ ਦੇ ਵਿੱਚ ਪੈਸੇ ਪਾਵਾਂਗੇ। ਉਸ ਤਰੀਕੇ ਦਾ ਫਾਇਦਾ ਆ ਕਿ ਨੁਕਸਾਨ ਆ? ਉਹ ਮੈਨੂੰ ਲੱਗਦਾ ਕਿ ਘੁੰਮ ਘੁਮਾ ਕੇ ਮੰਡੀਆਂ ਖਤਮ ਕਰਨਾ ਜਾਂ ਫਿਰ ਆੜਤੀਆ ਸਿਸਟਮ ਖਤਮ ਕਰਨਾ ਚਾਹੁੰਦੇ ਹੋ। ਇਹਨਾਂ ਨੇ ਕੀ ਆ, ਤੁਹਾਡੀ ਗੱਲ ਬਿਲਕੁਲ ਠੀਕ ਹੈ ਮਨਦੀਪ ਜੀ। ਫੜਨਾ ਕੰਨ ਆ, ਭਾਵੇਂ ਇਦਾਂ ਫੜ ਲਓ ਤੇ ਭਾਵੇਂ ਹੱਥ ਘੁਮਾ ਕੇ ਫੜ ਲਓ, ਹਨਾ। ਫੜਦੇ ਸਾਡਾ ਕੰਨ ਨਹੀਂ ਆ। ਇਹ ਗੱਲ ਇੰਨੀ ਕਿਹਾ ਕਿ ਸਰਕਾਰ ਜਿਹੜੀ FCI ਆ, ਕਿਹਦੀ ਆ? ਸਰਕਾਰ ਆ। ਸਰਕਾਰ ਜਿਹੜੀ, ਚਾਹੇ ਸੈਂਟਰ ਸਰਕਾਰ ਆ, ਇੱਥੇ ਕਾਂਗਰਸ ਦੀ ਸਰਕਾਰ ਆ, ਕੈਪਟਨ ਸਾਹਿਬ ਆ, ਠੀਕ ਹੈ, ਸਾਡਾ ਸਾਥ ਦੇ ਰਹੇ ਆ, ਕਿਸਾਨੀ ਅੰਦੋਲਨ ਵਿੱਚ ਸਾਥ ਦਿੱਤਾ, ਬਹੁਤ ਸਾਥ ਦੇ ਰਹੇ ਸਾਰੇ। ਮੈਂ ਚਾਹੂੰਗਾ ਵੀ ਕਿ ਅੱਗੇ ਤੋਂ ਵੀ ਦੇਣ, ਪਰ ਕਿਤੇ ਨਾ ਕਿਤੇ ਦਬਾਅ ਹੁੰਦਾ ਸੈਂਟਰ ਸਰਕਾਰ ਦਾ, ਹਨਾ। ਉਹ ਚੀਜ਼ਾਂ ਦੇ ਨਾਲ FCI ਦੇ ਵਿੱਚ ਜੇ ਕਹਿੰਦੇ ਸਰਕਾਰਾਂ ਦੇ ਖਾਤਿਆਂ 'ਚ ਲੋਕਾਂ ਦੇ ਪੈਸੇ ਪਾਵਾਂਗੇ, ਮੈਨੂੰ ਇੱਕ ਗੱਲ ਦੱਸਣ, ਪੈਸੇ ਤਾਂ ਪਾ ਦੇਣਗੇ, ਆੜਤ ਨੂੰ ਖਤਮ ਕਰਦੇ ਆ, ਕਹਿੰਦੇ ਜੀ ਅਸੀਂ ਆੜਤ ਨੂੰ ਖਤਮ ਕਰ ਦਾਂਗੇ। ਉਹ ਬਾਈ ਗੱਲ ਏਦਾਂ, ਉਹਦਾ ਕੋਈ ਹੋਰ ਬਹਿ ਕੇ ਸਿਸਟਮ ਕੱਢ ਲਓ।
ਜਦੋਂ ਸਾਨੂੰ ਅੱਜ ਆੜਤੀਆ ਖਤਮ ਕਰਦੇ ਹੋ, ਕੱਲ ਨੂੰ ਅਸੀਂ ਕਿਤੇ ਕਿਸੇ ਗਰੀਬ ਗੁਰਬੇ ਨੇ, ਕਿਸੇ ਛੋਟੇ ਕਿਸਾਨ ਨੇ ਪੈਸੇ ਫੜਨੇ ਹੁੰਦੇ, ਕਿਸੇ ਦੀ ਧੀ ਦਾ ਵਿਆਹ ਆ ਗਿਆ, ਕਿਸੇ ਦੇ ਕੁਛ ਆ ਗਿਆ, ਉਹ ਜਦੋਂ ਖਾਤਿਆਂ 'ਚ ਆਉਣ ਲੱਗ ਪਏ ਸਿੱਧੇ, ਤੇ ਆਪੇ ਆੜਤੀਏ ਨੇ ਕਹਿਣਾ ਵੀ ਮੈਂ ਤੈਨੂੰ ਕਾਹਦੇ ਲਈ ਦੇ ਦਿਆਂ, ਤੂੰ ਮੈਨੂੰ ਫਸਲ ਤੇ ਕਿੱਦਾਂ ਮੋੜੇਗਾ, ਮੈਨੂੰ ਕੀ ਯਕੀਨ ਆ। ਠੀਕ ਹੈ ਨਾ, ਉਹ ਗੱਲ ਸਾਰੀਆਂ ਮਜਬੂਰੀਆਂ ਨੂੰ, ਹਰ ਇੱਕ ਚੀਜ਼ ਨੂੰ ਸਮਝ ਕੇ ਗੱਲ ਕਰਨ, ਫੈਸਲਾ ਦੇਣ। ਇਹ ਤਾਂ ਕਹਿਤਾ, ਪਰ ਪਿੰਡਾਂ 'ਚ ਆ ਕੇ ਗਰਾਊਂਡ ਲੈਵਲ ਤੇ ਵਿਚਰ ਕੇ, ਲੋਕਾਂ ਦੇ ਵਿੱਚ ਵਿਚਰ ਕੇ ਦੇਖਣ ਕਿ ਪੈਸੇ ਤੁਸੀਂ ਕਿੱਦਾਂ ਸਿੱਧੇ ਲੈਂਦੇ ਹੋ, ਤੁਹਾਨੂੰ ਸਿੱਧਿਆਂ ਦਾ ਫਾਇਦਾ ਜਾਂ ਆੜਤੀਏ ਤੋਂ ਲੈਣ ਦਾ ਫਾਇਦਾ, ਇਹ ਚੀਜ਼ਾਂ ਨੂੰ ਨੋਟ ਕਰੇ ਪਹਿਲਾਂ। ਇਹ ਵੀ ਹੋ ਸਕਦਾ ਨਾ, ਮੈਨੂੰ ਲੱਗਦਾ ਕਿ ਜਿਵੇਂ ਛੋਟੀ ਜਿਹੀ ਐਗਜ਼ਾਮਪਲ ਹੈ ਕਿ GST ਰਕਮ ਸਾਲ-ਸਾਲ ਪਿੱਛੇ ਪੈ ਜਾਂਦੀ ਆ, ਤਾਂ ਫਿਰ ਇਹ ਵੀ ਰਕਮਾਂ ਸਾਲ-ਸਾਲ 2-2 ਸਾਲ ਦੀਆਂ ਰਕਮਾਂ ਜਿਹੜੀਆਂ ਰੱਖ ਸਕਦੇ ਆਪਣੇ ਕੋਲ। ਕਰਨਾ ਤੇ ਇਹੀ ਚਾਹੁੰਦੇ ਆ ਵੀ ਮਰਜ਼ੀ ਆ ਸਰਕਾਰ ਦੀ, ਫਿਰ ਮਰਜ਼ੀ ਨਾਲ ਗੰਨੇ ਦੇ ਪੈਸੇ ਦੇਖ ਲਓ, ਕਿੱਦਾਂ ਕਰੋੜਾਂ ਰੁਪਈਆ ਲੋਕੀ ਤੁਰੇ ਫਿਰਦੇ ਨੇ, ਬਹਿ ਕੇ ਸੜਕਾਂ ਤੇ ਲਿਆ, ਰੌਲਾ ਪਾਇਆ ਨਾ, ਤੁਸੀਂ ਦੇਖਿਆ, ਸਾਰੇ ਮੀਡੀਆ ਨੇ ਦੇਖਿਆ। ਇਹੀ ਤਾਂ ਚੀਜ਼ ਆ ਵੀ ਸਰਕਾਰ ਜਿਹੜਾ ਚੱਲਦਾ ਸਿਸਟਮ ਆ, ਕਿਤੇ ਨਾ ਤਾਨਾਸ਼ਾਹ ਰਵੱਈਆ, ਪੂਰਾ ਤਾਨਾਸ਼ਾਹ ਹੋ ਗਿਆ, ਹਿਟਲਰ ਬਣਦਾ ਮੋਦੀ, ਹੈਨਾ। ਤੇ ਜਦੋਂ ਕੋਈ ਵੀ ਚੀਜ਼ ਇਹੋ ਜੀ ਹੁੰਦੀ ਆ ਤਾਂ ਉਹਦਾ ਅੰਤ ਜ਼ਰੂਰ ਆਉਂਦਾ, ਸੱਚੇ ਪਾਤਸ਼ਾਹ ਵਾਹਿਗੁਰੂ ਕਰਦਾ। ਤੇ ਮੈਂ ਚਾਹੂੰਗਾ ਇਹਨੂੰ ਸਮੱਤ ਆ ਜੇ, ਚੰਗੀ ਗੱਲ ਆ। ਚੋਟਾਂ ਦੇ ਉੱਪਰ ਚੋਟਾਂ ਸਰਕਾਰ ਮਾਰੀ ਜਾ ਰਹੀ ਹੈ। ਇੱਕ ਚੋਟ ਹੋਰ ਤੁਹਾਨੂੰ ਗਰਾਊਂਡ ਤੇ ਮੈਨੂੰ ਲੱਗਦਾ ਕਿ ਸ਼ਾਇਦ ਆਮ ਕਿਸਾਨਾਂ ਨੂੰ ਨਹੀਂ ਪਤਾ ਲੱਗਾ ਹੋਊਗਾ, ਰੇਹਾਂ ਸਪਰੇਆਂ ਦੇ ਖਾਦਾਂ ਦੇ ਰੇਟ ਮਹਿੰਗੇ ਹੋ ਗਏ। ਇਹ ਵੀ ਮੈਨੂੰ ਲੱਗਦਾ ਕਿ ਇੱਕ ਵੱਡੀ ਮਾਰ ਹੈ ਕਿਸਾਨਾਂ ਨੂੰ। ਬਿਲਕੁਲ ਭਾਜੀ, ਕਿਸੇ ਪਾਸਿਓਂ ਵੀ ਇਹ ਹੈ ਨਾ ਵੀ ਜੀਣ ਨਹੀਂ ਦੇਣੇ, ਹੈਨਾ। ਇਹਨਾਂ ਨੂੰ ਇਹ ਨਹੀਂ ਪਤਾ, ਕਹਿੰਦੇ ਹੁੰਦੇ ਜੇ ਘਰ ਦੇ ਵਿੱਚ ਨਾ, ਉਹ ਕਹਿੰਦੇ ਮੁਰਗੀ ਆ, ਉਹ ਆਂਡੇ ਦਿੰਦੀ ਆ, ਇੱਕ ਹੁੰਦਾ ਕਿ ਆਂਡੇ ਖਾਈ ਜਾਂਦਾ, ਇੱਕ ਹੁੰਦਾ ਕਿ ਉਹਨੂੰ ਵੱਢ ਲੈਂਦਾ ਵੀ ਇਕੱਠੇ ਕੱਢ ਲਈਏ। ਇਹ ਮੋਦੀ ਦੇ ਦਿਮਾਗ 'ਚ ਇਹ ਚੀਜ਼ ਆਈ ਆ ਵੀ ਕਿੱਥੇ ਕਿਸਾਨਾਂ ਦਾ ਦੇਸ਼ ਚਲਾਉਣ ਦੇ ਵਿੱਚ ਕਿੱਡਾ ਵੱਡਾ ਕਿਸਾਨੀ ਦਾ ਯੋਗਦਾਨ ਆ, ਉਹ ਚੀਜ਼ ਨੂੰ ਪਤਾ ਨਹੀਂ ਕਾਹਤੋਂ ਕੀ ਮੱਤ ਤੇ ਪੜਦਾ ਪੈ ਗਿਆ। ਮੈਂ ਇਹੀ ਗੱਲ ਕਹੂੰਗਾ, ਕਹਿੰਦੇ ਹੁੰਦੇ ਆ ਵੀ ਵਾਹਿਗੁਰੂ ਇਹਨੂੰ ਸਮੱਤ ਬਖਸ਼ੇ। ਜਦੋਂ ਹੁਣ ਖਾਦਾਂ ਦੇ ਲਾ ਲਓ, ਖਾਦਾਂ ਦੇ ਜਾਂ ਦਵਾਈਆਂ ਦੇ ਆ ਰੇਟ, ਹਰ ਸਾਲ ਕਿਸੇ ਵੀ ਦਵਾਈ 'ਚ 50 ਤੋਂ 100 ਰੁਪਏ ਵੱਧਦੇ ਨੇ, ਕਿਸੇ ਕਿਸਾਨ ਨੂੰ ਪੁੱਛ ਲਓ, ਹਨ। ਜੇ ਖਾਦਾਂ ਦੇ ਵਿੱਚ ਆਈਏ, ਦਵਾਈਆਂ ਨੂੰ ਛੱਡ ਕੇ, ਇੱਕ ਬੋਰੇ ਦੇ ਵਿੱਚ ਜੇ ਉਹਦੇ ਪੈਸੇ ਉਹਨੇ ਰੱਖਦੇ ਆ, ਸਾਲ ਦੇ ਵਿੱਚ 5 ਕਿਲੋ ਕੁਆਂਟਿਟੀ ਘਟਾਤੀ ਗਈ, ਗੱਲ ਉੱਥੇ ਆ ਗਈ, ਫੜ ਲਿਆ ਕੰਨ ਜਿੱਧਰ ਦੀ ਮਰਜ਼ੀ। ਤੇ ਜੇ ਆਪਾਂ ਦੂਜੇ ਪਾਸੇ ਲਾਇਆ ਜਾਵੇ ਦਵਾਈਆਂ ਦਾ, ਕੋਈ ਦਵਾਈ ਨੂੰ ਬੈਨ ਕਰ ਦਿੰਦੇ ਨੇ, ਕੋਈ ਦਵਾਈਆਂ, ਇਹ ਸਾਰਾ ਮੰਤਰੀਆਂ ਦਾ, ਸਰਕਾਰਾਂ ਦਾ, ਇਹਨਾਂ ਨੇ ਆਪ ਠੇਕੇ ਲਏ ਆ। ਗੱਲ ਪੈਸੇ ਨੂੰ ਪੈ ਗਏ। ਜੇ ਸਪਸ਼ਟ ਤੇ ਸ਼ੁੱਧ ਸਿਆਸਤ ਕਰਨ ਨਾ, ਤੇ ਕਿਤੇ ਨਾ ਕਿਤੇ ਫਾਇਦਾ ਹੋਵੇ। ਇਹ ਆਪ ਹੀ ਆਪਣੇ ਨਿਆਣਿਆਂ ਨੂੰ, ਰਿਸ਼ਤੇਦਾਰਾਂ ਨੂੰ ਠੇਕੇ ਦਵਾਉਂਦੇ ਨੇ ਦਵਾਈਆਂ ਦੇ, ਆਪ ਹੀ ਵੇਚੀ ਜਾਂਦੇ ਨੇ, ਪੈਸੇ ਮੁਨਾਫਾ ਸਾਰਾ ਕੁਛ, ਇਹ ਲਹੂ ਲੱਗ ਜਾਂਦਾ ਮੂੰਹ ਨੂੰ। ਇਸ ਚੀਜ਼ ਨੂੰ ਛੱਡਣਾ ਪਊਗਾ ਕਿਤੇ ਨਾ ਕਿਤੇ। ਬਹੁਤ ਵੱਡਾ ਫਰਕ ਹੈ ਇਸ ਚੀਜ਼ ਨਾਲ ਕਿ ਹਰੇਕ ਸਾਲ ਯਾਰ ਰੇਟ ਵੱਧਦਾ ਨਹੀਂ। ਗੱਲ ਕਹਿੰਦੇ ਰੇਟ ਕਾਹਦੋਂ ਮੰਗਦੇ ਆ ਜ਼ਿਆਦਾ, ਰੇਟ ਵੱਧਦਾ ਨਹੀਂ, ਦਵਾਈਆਂ ਖਾਦਾਂ ਮਹਿੰਗੀਆਂ ਹੋਈ ਜਾਂਦੀਆਂ। ਪਰ ਇਹ ਵੀ ਹੈ ਨਾ ਕਿ ਹੁਣ ਇੱਕ ਪਾਸੋਂ ਕਹਿੰਦੇ ਆ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਗਾ ਰਹਿ ਗਿਆ ਹੁਣ, ਤੇ ਜੇ ਨੀਤੀਆਂ ਕੁਝ ਨਵੀਆਂ ਆ ਰਹੀਆਂ ਨੇ ਤੇ ਉਹ ਵੀ ਨੀਤੀਆਂ ਕਿਸਾਨ ਕਹਿੰਦੇ ਕਿ ਸਾਨੂੰ ਨਹੀਂ ਚਾਹੀਦੀਆਂ, ਤੇ ਫਿਰ ਇਹ ਧੰਦਾ ਲਾਹੇਵੰਦ ਤੇ ਨਹੀਂ ਰਹੂਗਾ। ਨੌਜਵਾਨੀ ਦੀ ਸੋਚ ਨਾਲ ਤੁਹਾਡੇ ਕੋਲ ਪੁੱਛਦਾ ਮੈਂ ਕਿ ਇਹ ਖੇਤੀ ਦੇ ਵਿੱਚ ਲਾਹੇਵੰਦ ਕਿਸ ਤਰੀਕੇ ਨਾਲ ਹੋ ਸਕਦੀ? ਦੇਖੋ, ਖੇਤੀ ਜਿਹੜੀ ਆ ਭਾਜੀ ਲਾਹੇਵੰਦ ਧੰਦਾ ਸੀ ਸਾਡਾ ਪੁਰਖਿਆਂ ਦਾ। ਸਾਡੇ ਬਾਬੇ ਨਾਨਕ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖੇਤੀ ਕੀਤੀ ਆਪਣੇ ਤੇ, ਕਿਰਤ ਆ, ਇਹਨੂੰ ਆਪਾਂ ਕਿਰਤ ਕਹਾਂਗੇ 10 ਨੋਹਾਂ ਦੀ। ਸਾਡੇ ਬਜ਼ੁਰਗ ਕਰਦੇ ਆ, ਹਨਾ, ਅਸੀਂ ਕਰਦੇ, ਸਾਡੇ ਭਰਾ ਕਰਦੇ, ਮੈਂ ਚਾਹੇ ਹੁਣ ਠੇਕੇ ਦਿੱਤੀ ਹੋਵੇ, ਕਿਸੇ ਨੇ ਕੁਛ ਕੀਤਾ ਹੋਵੇ, ਪਰ ਖੇਤੀ ਨਾਲ ਤਾਂ ਜੁੜੇ ਆ ਨਾ। ਇਦਾਂ ਆ, ਲਾਹੇਵੰਦ ਧੰਦਾ ਹੈ। ਪਰ ਜੇ ਸਰਕਾਰਾਂ, ਅਸੀਂ ਕਹਿੰਦੇ ਵੀ ਬਦਲਾਵ, ਅਸੀਂ ਕਹਿੰਦੇ ਬਦਲਾਵ ਕਰਨਾ ਤਰੀਕੇ ਨਾਲ ਕਰੋ ਯਾਰ, ਕਿਸੇ ਤੇ ਡਿਕਟੇਟਰਸ਼ਿਪ ਨਾ ਕਰੋ। ਤੁਸੀਂ, ਮੈਂ ਪਿੰਡ ਦੇ ਵਿੱਚ ਕੋਈ ਫੈਸਲਾ ਦੇਣਾ ਹੈ ਨਾ, ਐਜ਼ ਏ ਮੁੱਖ ਬੰਦਾ ਹੋ ਕੇ ਪਿੰਡ ਦਾ ਮੈਂ ਫੈਸਲਾ ਦੇਣਾ, ਜੇ ਮੈਂ ਸਵੇਰ ਨੂੰ ਆਪਣੇ ਘਰੋਂ ਫੈਸਲਾ ਸੋਚ ਕੇ ਸਵੇਰ ਨੂੰ ਕਰ ਦੂੰਗਾ, ਅਨਾਉਂਸਮੈਂਟ ਕਰਾਤੀ ਕਿ ਆਹ ਫੈਸਲਾ ਕਰਤਾ ਵੀ ਪਿੰਡ 'ਚ, ਉਹ ਡਿਕਟੇਟਰਸ਼ਿਪ ਆ। ਜੇ ਉਹਨੂੰ ਬਹਿ ਕੇ ਜਿਹੜੀ ਚੀਜ਼ ਸਰਕਾਰ ਨੇ ਕੀਤੀ, ਅਸੀਂ ਚਾਹੁੰਦੇ ਆ ਕਰੇ, ਅਸੀਂ ਕਹਿੰਦੇ ਆ ਇਹੀ ਚੀਜ਼ ਕਿਸਾਨਾਂ ਨਾਲ ਗਰਾਊਂਡ ਲੈਵਲ ਤੇ ਆਪਣੀ। ਉਦਾਂ ਵੀ ਸਰਕਾਰ ਇੰਟੈਲੀਜੈਂਸ ਤੁਰੀ ਫਿਰਦੀ ਆ, ਕਿੰਨਾ ਕੁਛ ਯਾਰ, ਰਿਪੋਰਟਾਂ ਲੈਂਦੇ ਨੇ। ਕੱਲ ਅਸੀਂ ਮਾੜਾ ਜਿਹਾ ਧਰਨਾ ਦਿੱਤਾ, ਉੱਥੇ 10 ਮਿੰਟ ਲਈ ਬਿੱਲ ਫੂਕੇ, CID ਲਿਖਣ ਲੱਗ ਪੈਂਦੀ, ਨਾਂ ਲਿਖ ਕੇ ਲੈ ਗਈ, ਉਹ ਹੋ ਗਿਆ, ਹਨਾ। ਉਹ ਚੀਜ਼ਾਂ ਨੂੰ ਲੈ ਕੇ ਵੀ ਜੇ ਕਰਨਾ ਸੀ ਇਹਨਾਂ ਨੇ, ਸਾਡੇ ਕਿਸਾਨਾਂ ਨੂੰ, ਆਗੂਆਂ ਨੂੰ, ਪੰਜਾਬ ਦੇ ਕਿਸਾਨਾਂ ਦੀ ਸਲਾਹ, ਦੇਸ਼ ਦੇ ਕਿਸਾਨਾਂ ਦੀ ਸਲਾਹ ਲੈ ਕੇ ਕਰਦੇ। ਜੇ ਤੁਹਾਡੇ ਕੋਲ ਸਲਾਹ ਲੈ ਲੈਂਦੇ ਤਾਂ ਕੀ ਸਲਾਹ ਦਿੰਦੇ ਤੁਸੀਂ ਫਿਰ? ਨਹੀਂ, ਉਹਨਾਂ ਚੀਜ਼ਾਂ ਨੂੰ ਆਗੂ ਕਰਦੇ ਨਾ, ਸਾਡੇ ਜਿਹੜੇ ਪੜ੍ਹੇ ਲਿਖੇ ਆਗੂ ਨੇ, ਹਨਾ। ਹੁਣ ਰਾਜੇਵਾਲ ਜੀ ਨੇ, ਜੇ ਉਹ ਮੀਟਿੰਗ ਤੇ ਵੀ ਜਾਂਦੇ, ਉਹਨਾਂ ਨੇ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ। ਜਿੰਨੇ ਜਾਣੇ ਵੀ ਨੇ, ਹਰ ਇੱਕ ਕਿਸਾਨ ਆਗੂ ਦੀ ਗੱਲ ਕਰੂੰਗਾ, ਹਨਾ, ਵੀ ਜੇ ਉੱਥੇ ਉਦੋਂ ਵੀ ਬਿੱਲ ਬਣਾਉਣ ਲੱਗੇ ਜਾਂ ਕੋਈ ਗੱਲ ਕਰਨ ਲੱਗੇ, ਉੱਥੇ ਫਿਰ ਉਹਦੇ ਵਿੱਚ ਚੀਜ਼ਾਂ ਪਹਿਲਾਂ ਹੀ ਹੁੰਦੀਆਂ, ਸਲਾਹ ਹੁੰਦੀ, ਸਲਾਹ ਹੋ ਕੇ ਕੰਮ ਹੋਣਾ ਤੇ ਇੱਕ ਡਿਕਟੇਟਰਸ਼ਿਪ ਹੋਣੀ, ਉਹ ਚੀਜ਼ਾਂ 'ਚ ਫਰਕ ਆ। ਆਉਣ ਵਾਲੇ ਸਮੇਂ 'ਚ ਲਾਹੇਵੰਦ ਧੰਦਾ ਹੋ ਸਕਦਾ ਖੇਤੀ? ਬਿਲਕੁਲ ਹੋ ਸਕਦਾ, ਜੇ ਸਰਕਾਰਾਂ ਚਾਹੁਣ। ਕਿਉਂ ਨਹੀਂ ਹੋ ਸਕਦਾ? ਸਾਡੇ ਬੰਦੇ ਜਾਂ ਅਸੀਂ ਸਾਰੇ ਜਣੇ ਕਿਉਂ ਭੱਜੀਏ ਬਾਹਰ ਨੂੰ? ਕੋਈ ਇੱਕ ਨੀਤੀ ਦੱਸੋ ਕਿ ਜਿਹਦੇ ਨਾਲ ਇਹ ਧੰਦਾ ਹੋ ਸਕਦਾ ਲਾਹੇਵੰਦ। ਦੇਖੋ, ਸਾਡੇ ਸਬਜ਼ੀਆਂ ਦੇ ਰੇਟ, ਸਾਡੇ ਫਲਾਂ ਦੇ ਰੇਟ, ਅਸੀਂ ਝੋਨੇ ਕਣਕ ਨੂੰ ਛੱਡ ਕੇ ਕਹਿੰਦੇ ਪਾਣੀ ਥੱਲੇ ਜਾ ਰਹੇ ਆ, ਇੱਕੋ ਤੇ ਗੱਲ ਕਰਦਾ। ਸਾਡੇ ਫਸਲਾਂ ਦੇ ਰੇਟ ਸਾਡੇ ਇੱਥੇ ਹੱਬਾਂ ਬਣਾਉਣ,
ਸਾਡੇ ਮੰਡੀਆਂ ਦੇ ਵਿੱਚ ਸਟੋਰੇਜ ਕਰਨ ਦੀ ਜਗ੍ਹਾ ਹੋਵੇ, ਸਾਡੇ ਅਸੀਂ ਸਬਜ਼ੀਆਂ ਬੀਜੀਏ, ਅਸੀਂ ਫਲ ਬੀਜੀਏ, ਅਸੀਂ ਬਾਗ ਲਾਈਏ, ਬਾਗਬਾਨੀ ਭਰਪੂਰਤ ਹੋਵੇ। ਯੂਨੀਵਰਸਿਟੀਆਂ ਬਣਾਈਆਂ ਨੇ, ਉਹਨਾਂ ਨੂੰ ਚੰਗੀ ਤਰੀਕੇ ਨਾਲ ਆ ਜਿਹੜਾ ਜ਼ੋਰ ਲਾਇਆ ਜਾ ਰਿਹਾ ਇੱਧਰ ਨੂੰ ਕਾਰਪੋਰੇਟ ਖੇਤੀ ਵੱਲ ਨੂੰ, ਉਹਦੀ ਬਜਾਏ ਸਰਕਾਰ ਉਹੀ ਪੈਸਾ ਉਹੀ ਸਾਰਾ ਕੁਝ ਸਾਡੇ ਖੇਤੀ ਦੇ ਬਦਲਾਵ ਲਈ ਲਿਆਵੇ। ਲਾਹੇਵੰਦ ਧੰਦਾ ਹੋਊਗਾ ਜੇ ਖੇਤੀ 'ਚ ਬਦਲਾਵ ਆਊਗਾ, ਤੇ ਜੇ ਸਰਕਾਰਾਂ ਚਾਹਣਗੀਆਂ, ਸੱਚੇ ਮਨ ਤੋਂ ਚਾਹਣਗੀਆਂ। ਅੱਜ ਸੱਚੇ ਮਨ ਤੋਂ ਨਹੀਂ ਚਾਹ ਰਹੀਆਂ, ਇਹ ਝੂਠਾ ਦਿਖਾਵਾ ਕਰ ਰਿਹਾ ਮੋਦੀ, ਕਿਉਂਕਿ ਵੱਡੇ ਘਰਾਣਿਆਂ ਦਾ ਕਿਤੇ ਨਾ ਕਿਤੇ ਹਰ ਇੱਕ ਚੀਜ਼ ਨੂੰ ਹੜੱਪ ਲਿਆ। ਮੌਲਾਂ ਨੂੰ ਹਲੇ ਤੁਸੀਂ ਕਹਿੰਦੇ ਹੋ ਨਾ ਦੁਕਾਨਦਾਰ, ਅੱਧਾ ਵਰਗ ਸਾਡੇ ਨਾਲ ਉਦੋਂ ਸਾਡਾ ਸਾਥ ਦਿੱਤਾ, ਇਹਨਾਂ ਦਾ ਧੰਨਵਾਦ ਸਾਰੇ ਦੁਕਾਨਦਾਰ ਵੀਰਾਂ ਦਾ, ਵਪਾਰੀ ਵਰਗ ਦਾ, ਬੰਦ ਦੀ ਕਾਲ ਤੇ 26 ਨੂੰ। ਕਿਉਂਕਿ ਅੱਜ ਦੁਕਾਨਦਾਰ ਵੀ ਸਮਝ ਰਿਹਾ ਕਿਤੇ ਨਾ ਕਿਤੇ ਹੁਣ ਜਿਹੜੇ ਮੋਦੀ ਦੇ ਬੀਜੇਪੀ ਵਾਲੇ ਵੀ ਜਿਹੜੇ ਨਾ ਪਿਆਰੇ ਸੀਗੇ, ਉਹ ਵੀ ਅੱਧੇ ਪਰਿਵਾਰ ਹੁਣ ਸਮਝਣ ਲੱਗ ਪਏ ਆ ਵੀ ਸਾਡਾ ਨੁਕਸਾਨ ਆ। ਜੇ ਅੱਜ ਦੁਕਾਨਦਾਰ ਵੱਡਾ ਮੌਲ ਆ ਕੇ ਬਰਾਬਰ ਖੜ ਜਾਂਦਾ ਕਾਰਪੋਰੇਟ ਘਰਾਣਿਆਂ ਦਾ, ਛੋਟੀਆਂ ਦੁਕਾਨਾਂ ਚੱਲਦੀਆਂ ਦੇਖ ਲਓ, ਫੇਲ ਹੋਣਗੀਆਂ। ਸਮਝ ਆਊਗਾ, ਗਮਲਿਆਂ 'ਚ ਤਾਂ ਨਹੀਂ ਬੀਜ ਲੈਣਗੇ, ਬੀਜਣਗੇ ਤਾਂ ਖੇਤਾਂ 'ਚ ਹੀ। ਤਾਂ ਬਿਲਕੁਲ ਧੰਨਵਾਦ ਸਰਪੰਚ ਸਾਹਿਬ। ਸੋ ਡਿਟੇਲ ਦੇ ਵਿੱਚ ਗੱਲ ਇਸੇ ਕਰਕੇ ਕੀਤੀ ਹੈ ਕਿ ਜਿਹੜੀਆਂ ਨੀਤੀਆਂ ਸਰਕਾਰ ਦੇ ਵੱਲੋਂ ਲਗਾਤਾਰ ਲਿਆਂਦੀਆਂ ਜਾ ਰਹੀਆਂ ਨੇ, ਚਾਹੇ ਅੱਜ ਨੀਤੀ ਆਯੋਗ ਦੇ ਵੱਲੋਂ ਕਹਿਣਾ ਕਿ 1.5 ਸਾਲ ਦੇ ਉੱਪਰ ਤਜਵੀਜ਼ ਜਿਹੜੀ ਦਿੱਤੀ ਗਈ ਹੈ ਉਹਦੇ ਉੱਤੇ ਮੰਨ ਲਓ, ਜਾਂ FCI ਦੀ ਜਿਹੜੀ ਅਦਾਇਗੀ, ਸਿੱਧੀ ਅਦਾਇਗੀ ਦਾ ਫੈਸਲਾ ਆ, ਉਹਦੇ ਉੱਪਰ ਵੀ ਜੇ ਕਿਸਾਨ ਜਿਹੜੇ ਆ ਖੁਸ਼ ਨਜ਼ਰ ਨਹੀਂ ਆ ਰਹੇ, ਤਾਂ ਕਿਤੇ ਨਾ ਕਿਤੇ ਜਿਹੜਾ ਕਿਸਾਨੀ ਲਾਹੇਵੰਦ ਧੰਦਾ ਹੁੰਦਾ ਸੀ, ਉਹਨੂੰ ਲਾਹੇਵੰਦ ਧੰਦਾ ਕਿਸ ਤਰੀਕੇ ਨਾਲ ਬਣਾਇਆ ਜਾਵੇ, ਇਹਦੀਆਂ ਨੀਤੀਆਂ ਜਿਹੜੀਆਂ ਨੇ ਸਾਨੂੰ ਖੋਜਣੀਆਂ ਪੈਣਗੀਆਂ, ਸਰਕਾਰਾਂ ਨੂੰ ਖੋਜਣੀਆਂ ਪੈਣਗੀਆਂ। ਕਿਉਂਕਿ ਸਾਡਾ ਦੇਸ਼ ਨਿਰਭਰ ਆ ਖੇਤੀ ਦੇ ਉੱਤੇ, ਕਿਉਂਕਿ ਦੇਸ਼ ਨੂੰ ਬਚਾਉਣ ਵਾਲਾ ਵੀ ਕਿਸਾਨ ਹੈ, ਦੇਸ਼ ਨੂੰ ਅੰਨ ਦੇਣ ਵਾਲਾ ਵੀ ਕਿਸਾਨ ਹੈ, ਤੇ ਜੇ ਉਹੀ ਕਿਸਾਨ ਅੱਜ ਖੁਸ਼ ਨਹੀਂ ਹੈ ਤਾਂ ਦੇਸ਼ ਕਿਤੇ ਨਾ ਕਿਤੇ ਉਦਾਸ ਹੋ ਸਕਦਾ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।